परसों रोज तो तुर की बाणी आई, तिन सगली चिंत मिटाई ले। श्री अखंड पाठ साहिब प्रकाश होए। कल सारा दिन आप जी ने नगर कीर्तन दे विच हाजरियां भरदियां होइयां ढाडी जथे पासों सतगुरु दे पवित्र इतिहास नूं सरवण कीता। अज अमृत वेले धन गुरु ग्रंथ साहिब महाराज जी की अमृत बाणी दे भोग पए। उपरंत आप जी ने कीर्तन सरवण करके लाहे प्राप्त किए है। आओ कुछ समय लई धन गुरु गोबिंद सिंह महाराज जी के जीवन के विचों विचार कर सकां। असीस बख्शो। सब तो पहला गुरु फतेह बुलाओ। आखो जी वाहिगुरु जी का खालसा, वाहिगुरु जी की फतेह। धन सतगुरु श्री गुरु गोबिंद सिंह साहिब महाराज जी की जीवन कथा बहुत ही ज़्यादा करुणामयी है। आप सब जानते हो कलगीधर सतगुरु जी का प्रकाश पटने की धरती ते पोस दी 7वीं बिक्रमी संमत 1723 नूं होया। गुरु गोबिंद सिंह साहिब महाराज जी की जीवन कथा जो सतगुरु ने आपूं लिखी, हजूर जी अपने पूर्वले जन्म की कथा का जिक्र करते हैं। अब मैं अपनी कथा बखानो, तब साधत जिह विद मोहे आनो। हेम कुंट पर्वत है जहाँ, सपत श्रृंग शोभत है तहाँ। सपत श्रृंग तेह नाम कहावा, पांडराज जह जोग कमावा। महाराज जी कहते हुण मैं अपने जीवन की कथा बयान करदा हाँ। परमात्मा की इबादत करदियां होइयां जिवें इत्थे आउणा होया। हेम कुंड जिथे हेम बर्फ का कुंड है, 7 चोटियां जिहदे दुआले शोभदियां हन, उस स्थान ते असां लम्मा समा बंदगी कीती। पांड राज जह जोग कमावा, जिथे राजे पांडु ने जोग कीता। तह हम अदक तपस्या साधी, महाकाल काल का आराधी। काल का भी काल करन वाला महाकाल, उस दे आराधी बन के असीं उहदी आराधना कीती। तह हम अदक तपस्या साधी, महाकाल काल का आराधी। एह बिद करत तपस्या भयो, द्वैते एक रूप होए गयो। तात मात मुर अलख आराधा, बहुविध जोग साधना साधा। बंदगी करदियां करदियां 2 तो 1 रूप हो गए। एक मैं ते दूजा परमात्मा। इबादत करदियां 1 रूप हो गए, कोई भेद नहीं रहा। ते जिथे असीं इबादत कीती, उथे मेरे माता पिता सतगुरु तेग बहादुर जी ते साडी सत्कारयोग माता गुजरी, वो भी वाहिगुरु के चरणों दे विच जुड़े रहे। आपनूं पता होवे धन गुरु तेग बहादुर सच्चे पातशाह हजूर ने लम्मा समा बकाले की धरती ते रह के एकांत विच बैठ के वाहिगुरु की बंदगी कीती। माता गुजरी जी आप जी की खिदमत विच हाजिर रहिंदे। और फिर जदों असीं तवारीख नूं वाचदे हां, गुरु तेग बहादुर महाराज जी के आनंद कारज तो
34 ਸਾਲ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਇੰਨਾ ਲੰਮਾ ਸਮਾਂ ਧੰਨ ਮਾਂ ਗੁਜਰੀ ਜੀ ਦਾ ਏਡਾ ਲੰਮਾ ਸਬਰ, ਫਿਰ ਐਸੇ ਮਹਾਬਲੀ ਯੋਧੇ ਪੁੱਤਰ ਨੂੰ ਜਨਮ ਦਿੱਤਾ ਜਿਹਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਜ਼ਿਕਰ ਕਰਦੇ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ-ਬਿਧ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ, ਤਿਨ ਪ੍ਰਭ ਜਬ ਆਏ ਸਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਜਦੋਂ ਮੈਨੂੰ ਮਾਲਕ ਨੇ ਆਗਿਆ ਕੀਤੀ ਉਦੋਂ ਮੈਂ ਇੱਥੇ ਜਨਮ ਲਿਆ। ਚਿਤ ਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸ਼ਰੁਤ ਪ੍ਰਭ ਚਰਨਨ ਮਹਿ। ਮੇਰਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ, ਮੇਰੀ ਤਾਂ ਸੁਰਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਖੁਭੀ ਹੋਈ ਸੀ। ਔਰ ਸਤਿਗੁਰੂ ਜ਼ਿਕਰ ਕਰਦੇ ਨੇ, ਅਥ ਕਬ ਜਨਮ ਕਥਨੰ, ਮੋਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਤੋਂ ਪੂਰਬ ਵੱਲ ਪਿਆਨਾ ਕੀਤਾ। ਤ੍ਰਿਵੇਣੀ 'ਤੇ ਜਦੋਂ ਪਹੁੰਚੇ ਹੈ ਸਤਿਗੁਰੂ ਪ੍ਰਯਾਗ ਇਲਾਹਾਬਾਦ, ਔਰ ਆਪ ਜੀ ਦੀ ਗਿਆਤ ਵਾਸਤੇ ਦੱਸ ਦੇਵਾਂ, ਪਹਿਲਾ ਅਖੰਡ ਪਾਠ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਪ੍ਰਯਾਗ ਕਰਵਾਇਆ ਸੀ ਤ੍ਰਿਵੇਣੀ 'ਤੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ, ਐ ਪੁੱਤਰ ਜੀ ਲਾਲ ਜੀ, ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਇਹ ਬਚਨ ਕਿਹਾ ਸੀ ਵੀ ਤੂੰ ਆਪਣੇ ਪੋਤਰੇ ਦਾ ਮੁਖ ਵੇਖੇਂਗੀ, ਮਹਾਬਲੀ ਯੋਧਾ ਹੋਵੇਗਾ। ਉਹ ਕਦੋਂ ਭਾਗਾਂ ਵਾਲਾ ਦਿਨ ਆਵੇਗਾ ਜਦੋਂ ਮੈਂ ਆਪਣੇ ਪੋਤਰੇ ਦੇ ਮੁਖ ਨੂੰ ਤੱਕਾਂਗੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਜ਼ੂਰ ਨੂੰ ਜਦੋਂ ਇਹ ਬੇਨਤੀ ਕੀਤੀ ਮਾਤਾ ਜੀ ਨੇ, ਸਤਿਗੁਰੂ ਨੇ ਕਿਹਾ, ਮਾਂ ਉਹ ਸਮਾਂ ਨਜ਼ਦੀਕ ਹੈ ਜਦੋਂ ਤੂੰ ਆਪਣੇ ਪੋਤਰੇ ਦਾ ਮੁਖ ਤੱਕੇਂਗੀ। ਕਲਗੀਧਰ ਜੀ ਲਿਖਦੇ ਨੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪ੍ਰਕਾਸ਼ ਤ੍ਰਿਵੇਣੀ ਹੋਇਆ, ਪਟਨਾ ਸ਼ਹਿਰ ਵਿਖੇ ਭਵ ਲਇਓ। ਤੇ ਪਟਨੇ ਦੀ ਧਰਤੀ 'ਤੇ ਭਵ ਲਿਆ, ਉੱਥੇ ਮੇਰੇ ਸਤਿਗੁਰੂ ਦਾ ਆਗਮਨ ਹੋਇਆ। ਬਿਕਰਮੀ ਸੰਮਤ 1723 ਪੋਹ ਸੁਦੀ 7ਵੀਂ ਨੂੰ ਸਤਿਗੁਰੂ ਦਾ ਪ੍ਰਕਾਸ਼ ਹੋਇਆ। ਆਪ ਸਭ ਨੂੰ ਪਤਾ, ਮਹਾਰਾਜ ਗੁਰੂ ਤੇਗ ਬਹਾਦਰ ਜੀ ਉਦੋਂ ਢਾਕੇ ਗਏ ਹੋਏ ਸਨ ਅਸਾਮ। ਸਤਿਗੁਰੂ ਨੂੰ ਖਬਰ ਮਿਲਦੀ ਹੈ, ਮਹਾਰਾਜ ਨਾਮ ਰੱਖਦੇ ਨੇ ਗੋਬਿੰਦ ਰਾਏ। ਫਿਰ 4.5 ਵਰ੍ਹਿਆਂ ਤੱਕ ਪਿਤਾ ਤੇ ਪੁੱਤਰ ਦਾ ਮਿਲਾਪ ਨਹੀਂ ਹੁੰਦਾ। 4.5 ਸਾਲ ਦੇ ਸਨ ਗੁਰੂ ਗੋਬਿੰਦ ਰਾਏ ਜਦੋਂ ਪਹਿਲੀ ਵਾਰ ਪਟਨੇ ਦੀ ਧਰਤੀ 'ਤੇ ਪਿਤਾ ਗੁਰੂ ਤੇਗ ਬਹਾਦਰ ਨਾਲ ਮਿਲਾਪ ਹੁੰਦਾ ਹੈ। ਔਰੰਗਜ਼ੇਬ ਜ਼ੁਲਮ ਦੀ ਇੰਤਹਾ ਕਰਦਾ ਪਿਆ ਸੀ। ਸਤਿਗੁਰੂ ਤੇਗ ਬਹਾਦਰ ਪੰਜਾਬ ਨੂੰ ਵਾਪਸ ਆ ਗਏ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਮੇਰੇ ਸਤਿਗੁਰੂ ਨੇ ਰੌਣਕਾਂ ਲਾਈਆਂ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਨਾਮ ਗੁਰੂ ਗੋਬਿੰਦ ਰਾਏ ਹੈ। ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ 6 ਸਾਲ ਪਟਨਾ ਸਾਹਿਬ ਦੀ ਧਰਤੀ 'ਤੇ ਰਹੇ, ਔਰ ਜਿੱਥੇ ਅੱਜ ਕੱਲ੍ਹ ਤਖਤ ਸ੍ਰੀ ਹਰਿਮੰਦਰ ਜੀ ਸੁਸ਼ੋਭਿਤ ਹੈ, ਇਹ ਸਾਲਸਰਾਏ ਜੌਹਰੀ ਦੀ ਹਵੇਲੀ ਸੀ। ਸਾਲਸਰਾਏ ਜੌਹਰੀ ਕੌਣ ਸੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਸੀ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਟਨੇ ਪੁੱਜੇ ਸਨ ਤੇ ਸਾਲਸਰਾਏ ਜੌਹਰੀ, ਜਿਹਨੇ ਹੀਰੇ ਦੀ ਲਾਲ ਦੀ ਪਰਖ ਕਰਕੇ ਦੱਸਿਆ ਸੀ, ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਸਾਲਸਰਾਏ
कि या बाहर दे पत्थर ही परखदा रहेगा, ये मनुखा जीवन भी हीरा है, तू इस दी परख कर। फिर बंदगी करन विच लगा रहा। ये सालसराय दी हवेली सी जिथे सतगुरु दा प्रकाश होया। 6 साल आप पटने साहब दी धरती ते रहे। उथों परिवार समेत मेरे सतगुरु पातशाह आनंदपुर साहिब दी धरती ते आए। जदों इत्थे आनंदपुर मेरे सतगुरु जी पुजे है, उदों कश्मीरी पंडितां ने सतगुरु तेग बहादुर जी नूं बेनती कीती। आप उन्हां दे धर्म दी रखिया लई आनंदपुर साहिब तो दिल्ली नूं तुर पए। तवारीख दे बचन ने जदों उन्हां रोंदियां धोंदियां ब्राह्मणां ने आके बेनती कीती, मेरे सतगुरु ने उन्हां नूं हौसला दिता। बाहां असाडी पकड़ी है श्री हरगोबिंद के नंद। सतगुरु जी दिल्ली तुर गए। आप सब नूं पता है गुरु तेग बहादुर सच्चे पातशाह जी की शहादत हुंदी है। सतगुरु का सीस भाई जैता आनंदपुर की धरती ते लैके आउंदा है। तड़दा संस्कार भाई लखी शाह बनजारा अपने घर नूं अग ला करके कर दिंदा है। आनंदपुर साहिब की धरती ते गुरुद्वारा सीसगंज साहिब वाले अस्थान ते गुरु तेग बहादुर जी के सीस का संस्कार किया जाता है। गुरु गोबिंद सिंह साहिब जी गुरता गद्दी ते सुशोभित हुंदे ने। कलगी वाले सतगुरु आनंदपुर साहिब की धरती ते रौनक लाउंदे है और महाराज जीवन कथा लिखदियां वचन करते हैं। मद्र देश हमको ले आए, भांत भांत दाइयन दुलराए, कीनी अनक भांत तन रक्षा, दीनी भांत भांत की शिक्षा। जब हम कर्म धर्म मों आए, देवलोक तब पिता सधाए। राज साज हम पर जब आयो, जथा शक्त तब धर्म चलायो। काल इंद्री तट करे बिलासा। महाराज कहते आनंदपुर साहिब की धरती ते फिर असीं कालिंदरी के तट जमुना के कंढे आ करके बिलास कौतक कीते। गुरु गोबिंद सिंह साहिब महाराज पौंटा साहिब की धरती ते आए। इत्थे सतगुरु ने पौंटा नगर वसाया और इत्थे ही महाराज सच्चे पातशाह रहमतां वरता रहे सन। फतेह शाह कोपा तब राजा, लोह परा हमसो बिन काजा। राजा फतेह शाह बिना गलों सतगुरु दे नाल गुस्से हो गया और भीम चंद दे कहण ते, क्योंकि भीम चंद दे लड़के की शादी फतेह शाह की लड़की नाल होनी सी ते फतेह शाह ने गुरु गोबिंद सिंह जी नूं सदा दिता सी। सतगुरु ने अपने मुखी गुरसिखां नूं भेजिया सी ते भीम चंद इस गल्लों गुस्से सी। कहंदा जां तां गुरु नाल रख लै जां फिर मेरे नाल रख लै। तेरी धी दा डोला तां लैके जावांगा जे तूं साडे पक्ष दा हो के गुरु गोबिंद सिंह दे खिलाफ जंग दा बिगल बजा देवे। तां उसनूं मजबूरी वस अपने कुड़म भीम चंद की गल मननी पई। उहदा महाराज जिक्र करते हैं गुरु गोबिंद सिंह। फतेह शाह कोपा तब राजा, लोह परा हमसो बिन काजा। कलगीधर पातशाह जी ने जीवन काल का पहला जंग लड़िया भंगाणी के अस्थान ते। महज तकरीबन 21 वरियां की उम्र सी मेरे सतगुरु की जदों महाराज ने अपने जीवन काल का यह पहला जंग लड़िया है। और इस जंग दे विच सतगुरु कलगीधर जी की जित हुई। इसे जंग दे विच पीर बुद्धू शाह के 4 पुत्रां दे विचों 2 पुत्र शहादत का जाम पी गए। 700 दे विचों उहदे 500 मुरीद शहीद हो गए। पीर बुद्धू शाह की बड़ी वड्डी कुर्बानी रही है। उहदा कारण ये सी औरंगजेब ने अपनी फौज दे विचों 4 वड्डे जरनैलों नूं बाहर कढ़ दिता सी ते ਉਹ ਜਰਨੈਲਾਂ ने आके पीर बुद्धू शाह ਨੂੰ बेनती की सी कि साडी तां रोजी रोटी जाती रही, सानू किते भर्ती करवा। ते औरंगजेब ने नाल ही फरमान जारी कर दिता सी
ਕਿਸੇ ਰਿਆਸਤ ਦਾ ਰਾਜਾ ਰਜਵਾੜਾ ਇਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਨਾ ਕਰੇ, ਉਸ ਨੂੰ ਹਕੂਮਤ ਦਾ ਬਾਗੀ ਕਹਿ ਕੇ ਹਕੂਮਤ ਉਸ ਦੇ ਖਿਲਾਫ ਜੰਗ ਛੇੜ ਦੇਵੇਗੀ। ਅਤੇ ਔਰੰਗਜ਼ੇਬ ਤੋਂ ਡਰਦਾ ਕਿਸੇ ਵੀ ਰਿਆਸਤ ਦਾ ਕੋਈ ਰਾਜਾ ਇਹਨਾਂ ਬਾਗੀ ਜਰਨੈਲਾਂ ਨੂੰ, ਜਿਨ੍ਹਾਂ ਨੂੰ ਕੱਢਿਆ ਸੀ, ਆਪਣੀ ਫੌਜ ਵਿੱਚ ਰੱਖਣ ਨੂੰ ਤਿਆਰ ਨਹੀਂ ਸੀ। ਪੀਰ ਬੁੱਧੂ ਸ਼ਾਹ ਨੇ ਇਹ ਚਾਰੇ ਜਰਨੈਲ ਕਾਲੇ ਖਾਂ, ਹਯਾਤ ਖਾਂ, ਨਜ਼ਾਬਤ ਖਾਂ ਇਹ ਭਰਤੀ ਕਰਵਾਏ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਤਨਖਾਹਾਂ ਲੈਂਦੇ ਰਹੇ। ਸਤਿਗੁਰੂ ਦੇ ਘਰ ਦਾ ਭੇਤ ਪਾਇਆ ਇਹਨਾਂ ਨੇ। ਅਤੇ ਜਦੋਂ ਜੰਗ ਦਾ ਸਮਾਂ ਆਣ ਬਣਿਆ, ਦੁਸ਼ਮਣ ਦੇ ਨਾਲ ਜਾ ਰਲੇ। ਕਈ ਬਹਾਨੇ ਬਣਾ ਕੇ ਛੁੱਟੀਆਂ ਮੰਗਣ ਲੱਗ ਪਏ। ਸਾਨੂੰ ਘਰੇ ਪੁੱਤ ਦਾ ਵਿਆਹ, ਕੋਈ ਕਹਿੰਦਾ ਧੀ ਦਾ, ਕੋਈ ਕਹਿੰਦਾ ਮੈਨੂੰ ਜ਼ਰੂਰੀ ਕੰਮ ਜਾਣਾ ਹੈ। ਅਤੇ ਕਲਗੀਆਂ ਵਾਲੇ ਸਤਿਗੁਰੂ ਨੇ ਕਿਹਾ ਸੀ, ਭਾਈ ਉੱਤੇ ਜੰਗ ਦੇ ਬੱਦਲ ਮੰਡਰਾ ਰਹੇ ਨੇ ਅਤੇ ਫੌਜੀ ਛੁੱਟੀਆਂ ਮੰਗ ਰਹੇ ਨੇ, ਕੀ ਗੱਲ ਹੈ? ਅਖੀਰ ਮੁੱਕਦੀ ਗੱਲ, 3 ਜਰਨੈਲ ਸਤਿਗੁਰੂ ਕਲਗੀਧਰ ਜੀ ਦਾ ਸਾਥ ਛੱਡ ਕੇ ਚਲੇ ਗਏ, ਦੁਸ਼ਮਣ ਨਾਲ ਜਾ ਰਲੇ। ਔਰ ਦੁਸ਼ਮਣ ਦੇ ਨਾਲ ਇਸ ਗੱਲ 'ਤੇ ਉਹਨਾਂ ਦੀ ਸੰਧੀ ਹੋਈ ਸੀ ਵੀ ਜੰਗ ਦੇ ਵਿੱਚ ਅਸੀਂ ਜਿੱਤ ਤੁਹਾਨੂੰ ਦਿਵਾ ਦੇਵਾਂਗੇ, ਪਰ ਜਿੰਨਾ ਸੋਨਾ ਚਾਂਦੀ ਖਜ਼ਾਨਾ ਗੁਰੂ ਗੋਬਿੰਦ ਸਿੰਘ ਜੀ ਦੀ ਦੌਲਤ ਉਹ ਸਾਰੀ ਸਾਨੂੰ ਮਿਲੇ। ਤਾਂ ਪਹਾੜੀ ਰਾਜਿਆਂ ਨੇ ਕਿਹਾ ਸੀ, ਭੀਮ ਚੰਦ ਠੀਕ ਹੈ, ਤੁਸੀਂ ਜਿੱਤ ਦਿਵਾ ਦੇਵੋ ਮੈਨੂੰ, ਜਿੰਨਾ ਖਜ਼ਾਨਾ ਹੱਥ ਲੱਗੇਗਾ ਸਾਰਾ ਤੁਹਾਨੂੰ। ਇਹਨਾਂ ਜਰਨੈਲਾਂ ਦੇ ਮਨ ਵਿੱਚ ਭੁਲੇਖਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕਿਹੜੇ ਕੋਈ ਲੜਨ ਵਾਲੇ ਸੂਰਮੇ ਨੇ। ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਵੀ ਮੇਰੇ ਭਰਤੀ ਕਰਾਏ ਜਰਨੈਲ ਸਾਥ ਛੱਡ ਕੇ ਚਲੇ ਗਏ, ਫਿਰ ਉਹ ਆਪ ਆਪਣੇ 4 ਪੁੱਤਰਾਂ ਨੂੰ ਲੈ ਕੇ 700 ਮੁਰੀਦਾਂ ਨੂੰ ਲੈ ਕਰਕੇ ਪੰਗਾਣੀ ਦੇ ਜੰਗ ਵਿੱਚ ਆ ਕੁੱਦਿਆ ਸੀ। ਬਹੁਤ ਵੀਰਤਾ ਦਿਖਾਈ ਪੀਰ ਬੁੱਧੂ ਸ਼ਾਹ ਨੇ। ਇਹ ਜੰਗ ਮੇਰੇ ਸਤਿਗੁਰੂ ਕਲਗੀਧਰ ਜੀ ਨੇ ਜਿੱਤਿਆ। ਜੰਗ ਜਿੱਤਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੂਰਮਿਆਂ ਨੂੰ ਸਿਰੋਪਾਓ ਬਖਸ਼ੇ, ਸਨਮਾਨਿਤ ਕੀਤਾ। ਮੇਰੇ ਸਤਿਗੁਰੂ ਨੇ ਜਦੋਂ ਸਨਮਾਨਿਤ ਕੀਤਾ, ਪੀਰ ਬੁੱਧੂ ਸ਼ਾਹ ਬੰਦਗੀ ਵੀ ਬਹੁਤ ਸੀ, ਅਸਲੀ ਨਾਮ ਪੀਰ ਬਦਰੁੱਦੀਨ ਸੀ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੇਸਾਂ ਨੂੰ ਕੰਘਾ ਪਏ ਕਰਦੇ ਸਨ ਅਤੇ ਕਲਗੀਧਰ ਮਹਾਰਾਜ ਜੀ ਨੇ ਸੰਬੋਧਨ ਹੋ ਕੇ ਕਿਹਾ, ਪੀਰ ਜੀ ਬੜੀ ਵੱਡੀ ਕੁਰਬਾਨੀ ਹੈ ਤੁਹਾਡੀ। ਜੰਗ ਦੇ ਵਿੱਚ ਤੁਹਾਡੇ 2 ਪੁੱਤਰ ਸ਼ਹੀਦ ਹੋ ਗਏ, ਮੁਰੀਦ ਸ਼ਹੀਦ ਹੋ ਗਏ, ਮੰਗੋ। ਅੱਜ ਅਸੀਂ ਤਰੁੱਠੇ ਹਾਂ, ਕੀ ਮੰਗਦੇ ਹਾਂ? ਹਰ ਵਸਤੂ ਤੁਹਾਨੂੰ ਮਿਲੇਗੀ। ਅਤੇ ਜਦੋਂ ਕਲਗੀਧਰ ਜੀ ਨੇ ਇਹ ਬਚਨ ਕਿਹਾ ਅਤੇ ਪੀਰ ਬੁੱਧੂ ਸ਼ਾਹ ਨੇ ਕਿਹਾ, ਮਹਾਰਾਜ ਮੈਂ ਭਾਗਾਂ ਵਾਲਾ, ਜੇ ਮੇਰੇ ਪੁੱਤ ਜੰਗ ਵਿੱਚ ਸ਼ਹੀਦ ਹੋਏ ਮੈਨੂੰ ਕੋਈ ਅਫਸੋਸ ਨਹੀਂ। ਕਿਉਂਕਿ ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਕਾਜ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਵੈ ਭਿਸਤ ਸਿਧਾਏ। ਕਵੀ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ, ਮਹਾਰਾਜ ਸ਼ੁਭ ਥਾਂ 'ਤੇ ਮੇਰੇ ਪੁੱਤਰ ਜੰਗ ਦੇ ਮੈਦਾਨ ਵਿੱਚ ਜੂਝੇ ਹੈ, ਚੰਗੇ ਥਾਂ 'ਤੇ ਲੇਖੇ ਲੱਗੇ ਹੈ, ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ। ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਤਰੁੱਠੇ ਹਾਂ, ਮੰਗੋ। ਅਤੇ ਪੀਰ ਬੁੱਧੂ ਸ਼ਾਹ ਨੇ ਕਿਹਾ, ਮਹਾਰਾਜ ਜੇ ਤਰੁੱਠੇ ਹੋ, ਜੇ ਖੁਸ਼ ਹੋਏ ਹੋ ਤਾਂ ਕਿਰਪਾ ਕਰੋ, ਆ ਕੰਘਾ ਜੋ ਤੁਸੀਂ ਕੇਸਾਂ ਵਿੱਚ ਫੇਰਦੇ ਪਏ ਹੋ, ਇਸ ਕੰਘੇ ਵਿੱਚ ਜਿਹੜੇ ਕੇਸ ਨਿਕਲੇ ਨੇ ਮੇਰੀ ਝੋਲੀ ਪਾ ਦਿਓ। ਮਹਾਰਾਜ ਜੀ ਕਹਿੰਦੇ ਕੀ ਕਰੇਂਗਾ? ਕਹਿੰਦਾ ਸਤਿਗੁਰੂ ਇਹਨਾਂ ਕੇਸਾਂ ਦੇ ਵਿੱਚੋਂ ਮੈਨੂੰ ਤੁਹਾਡੇ ਦੀਦਾਰ ਹੋਇਆ ਕਰਨਗੇ। ਰੱਬ ਦੀ ਰਮਜ ਪਛਾਣਨ ਵਾਲੇ ਉਸ ਫਕੀਰ ਨੇ ਦੁਨੀਆ ਦੀ ਸਾਰੀ ਦੌਲਤ ਇੱਕ ਪਾਸੇ ਰੱਖ ਕੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੇਸ ਆਪਣੀ ਝੋਲੀ ਵਿੱਚ ਪਵਾਏ ਸੀ। ਕੱਲ੍ਹ ਵੀ ਤੁਸੀਂ ਢਾਡੀ ਸਿੰਘਾਂ ਤੋਂ ਸਰਵਣ ਕਰ ਰਹੇ ਸੀ, ਜਿਵੇਂ ਭਾਈ ਨੰਦ ਲਾਲ ਨੇ ਆਪਣੇ ਇੱਕ ਸ਼ੇਅਰ ਵਿੱਚ ਜ਼ਿਕਰ ਕੀਤਾ ਹੈ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਮਾ। ਦੀਨ ਤੇ ਦੁਨੀਆ ਲੋਕ ਪਰਲੋਕ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੇਸਾਂ ਦੀ ਇੱਕ ਤਾਰ ਦਾ ਮੁੱਲ ਹਨ। ਐਸੀ ਸ਼ਰਧਾ ਸੀ ਭਾਈ ਨੰਦ ਲਾਲ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ।
ਸਤਿਗੁਰੂ ਜੀ ਨੇ ਕੇਸ ਤੇ ਕੰਘਾ ਪੀਰ ਬੁੱਧੂ ਸ਼ਾਹ ਨੂੰ ਬਖਸ਼ ਦਿੱਤੇ। ਅੱਜ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਓ ਦਰਸ਼ਨ ਦੀਦਾਰ ਕਰਨ ਵਾਸਤੇ। ਜਦੋਂ ਅਸੀਂ ਤਖਤ ਸਾਹਿਬ 'ਤੇ ਮੱਥਾ ਟੇਕ ਕੇ ਪਰਿਕਰਮਾ ਕਰਦਿਆਂ ਹੋਇਆਂ ਉਤਲੇ ਪਾਸੋਂ ਆਉਂਦੇ ਹਾਂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਕੰਘਾ ਅਤੇ ਪਵਿੱਤਰ ਸਤਿਗੁਰੂ ਦੇ ਕੇਸ ਤਖਤ ਸਾਹਿਬ 'ਤੇ ਸੁਭਾਏਮਾਨ ਹਨ। ਅੱਜ ਵੀ ਸੰਗਤਾਂ ਉਹਨਾਂ ਦੇ ਦਰਸ਼ਨ ਦੀਦਾਰ ਕਰਦੀਆਂ ਨੇ। ਤੋ ਕਿੰਨੇ ਅਮੋਲਕ ਨੇ ਇਹ ਕੇਸ। ਪੁੱਤਰ ਸ਼ਹੀਦ ਕਰਵਾ ਕੇ ਮੁਰੀਦਾਂ ਨੂੰ ਸ਼ਹੀਦ ਕਰਵਾ ਕੇ ਕੇਸਾਂ 'ਤੇ ਕੰਘੇ ਦੀ ਮੰਗ ਕਰਦਾ ਉਹ ਪੀਰ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਕਾਲਿੰਦਰੀ ਤਟ ਕਰੇ ਵਿਲਾਸਾ, ਜਮਨਾ ਦੇ ਕੰਢੇ 'ਤੇ ਸਤਿਗੁਰੂ ਜੀ ਕਵੀ ਦਰਬਾਰ ਕਰਵਾਉਂਦੇ ਰਹੇ। ਇੱਥੇ ਹੀ ਮੇਰੇ ਸਤਿਗੁਰੂ ਨੇ ਬੇਅੰਤ ਬਾਣੀ ਉਚਾਰੀ। ਨਿਤਨੇਮ ਦੀ ਬਾਣੀ ਅਸੀਂ ਜਿਹੜੀ ਪੜ੍ਹਦੇ ਹਾਂ ਜਾਪ ਸਾਹਿਬ ਪਾਉਂਟਾ ਸਾਹਿਬ ਦੀ ਧਰਤੀ 'ਤੇ ਉਚਾਰੀ ਹੈ। ਅਕਾਲ ਉਸਤਤ ਦੀ ਬਾਣੀ ਮੇਰੇ ਸਤਿਗੁਰੂ ਨੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਉਚਾਰੀ। ਨਿਤਨੇਮ ਦੀ ਜਿਹੜੀ ਬਾਣੀ ਹੈ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ, ਇਹ ਬਾਣੀ ਅਕਾਲ ਉਸਤਤ ਦੇ ਵਿੱਚੋਂ ਹੈ। 10 ਸਵਈਏ ਨੇ, ਇਹ ਸਤਿਗੁਰੂ ਨੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਉਚਾਰੀ। ਔਰ ਅਕਾਲ ਦੀ ਉਸਤਤ ਕਰਦਿਆਂ ਹੋਇਆਂ ਅਕਾਲ ਦੀ ਸਿਫਤ ਕਰਦਿਆਂ ਵਾਹਿਗੁਰੂ ਦੇ ਚਰਨਾਂ ਵਿੱਚ ਮੇਰੇ ਸਤਿਗੁਰੂ ਜੁੜੇ ਰਹੇ। ਪ੍ਰਣਵ ਚੌਪਈ ਉਹ ਵੀ ਅਕਾਲ ਉਸਤਤ ਦੇ ਵਿੱਚ ਇੱਥੇ ਹੀ ਮੇਰੇ ਸਤਿਗੁਰੂ ਨੇ ਉਚਾਰੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਅਗੰਮੀ ਕਲਮ ਚੱਲਦੀ ਅਤੇ ਰੱਬ ਦੀਆਂ ਸਿਫਤਾਂ ਕਰਦਿਆਂ ਹੋਇਆਂ ਬਾਣੀ ਉਚਾਰਦੀ। ਕਤਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ, ਕਹੂੰ ਰਾਜਨ ਤੇ ਸ਼ੀਨ ਛਿਤ ਲੇਤ ਹੋ। ਗੁਰੂ ਕਲਗੀਧਰ ਮਹਾਰਾਜ ਜੀ ਦੀ ਕਲਮ ਅਗੰਮੀ ਔਰ ਸਤਿਗੁਰੂ ਦੀ ਬਾਣੀ ਦੇ ਵਿੱਚ ਅਥਾਹ ਰਸ ਸੀ। ਔਰ ਸਤਿਗੁਰੂ ਨੇ ਜਦੋਂ ਅਸੀਂ ਸਵਈਏ ਪੜ੍ਹਦੇ ਹਾਂ, ਪਹਿਲੀ ਪੌੜੀ ਤੁਸੀਂ ਪੜ੍ਹੋ। ਮਹਾਰਾਜ ਕਹਿੰਦੇ ਮੈਂ ਸਾਰਿਆਂ ਨੂੰ ਵੇਖਿਆ, ਹਰ ਫਿਰਕੇ ਦੇ ਸਾਧੂਆਂ ਨੂੰ ਤੱਕਿਆ, ਮੈਂ ਮੱਥੇ 'ਤੇ ਤਿਲਕ ਲਾਉਣ ਵਾਲਿਆਂ ਨੂੰ, ਧੋਤੀ ਬੰਨ੍ਹਣ ਵਾਲਿਆਂ ਨੂੰ, ਸੁਚਮਤਾ ਰੱਖਣ ਵਾਲਿਆਂ ਨੂੰ, ਜੋਗੀਆਂ ਨੂੰ, ਸਿੱਧ ਲੋਕ ਸਾਰੇ ਹੀ ਵੇਖੇ ਨੇ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ, ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ। ਕਲਗੀਧਰ ਜੀ ਕਹਿੰਦੇ ਸਾਰੇ ਹੀ ਦੇਸ਼ ਦੇ ਵੱਖ-ਵੱਖ ਮਤਾਂ ਨੂੰ ਧਾਰਨ ਕਰਨ ਵਾਲੇ ਲੋਕਾਂ ਨੂੰ ਮੈਂ ਵੇਖਿਆ ਹੈ, ਪਰ ਸਾਰੇ ਸਭ ਆਪਣੀ ਆਪਣੀ ਉਰਜਾਨਾ ਆਪੋ ਆਪਣਾ ਭੇਖ ਵਿੱਚ ਕੋਈ ਫਸਿਆ ਸੀ, ਕੋਈ ਸਿਰਫ ਆਪਣੀ ਮਤ ਦੀ ਗੱਲ ਕਰਦਾ ਸੀ, ਪਰ ਪ੍ਰਾਣਾਂ ਦੇ ਪਤੀ ਪਰਮਾਤਮਾ ਦਾ ਨਾਲ ਕਿਸੇ ਦਾ ਵੀ ਪਿਆਰ ਨਹੀਂ ਸੀ। ਕਉ ਨਾ ਦੇਖੀਏ ਤਾਂ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਵਾਹਿਗੁਰੂ ਦੇ ਪਿਆਰ ਤੋਂ ਖਾਲੀ ਮੈਂ ਵੇਖੇ। ਫਿਰ ਅਸੀਂ ਤੱਕੀਏ ਸਤਿਗੁਰੂ ਨੇ ਕਦੋਂ ਸਾਰੇ ਮਤ ਮਤਾਂਤਰਾਂ ਦੇ ਲੋਕਾਂ ਨੂੰ ਮਿਲੇ। 6 ਸਾਲ ਤੇ ਮਹਾਰਾਜ ਪਟਨਾ ਸਾਹਿਬ ਰਹੇ, 3 ਸਾਲ ਪਾਉਂਟਾ ਸਾਹਿਬ ਲੰਘਾ ਦਿੱਤੇ, 29 ਸਾਲ ਤਕਰੀਬਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹੇ। ਸੱਚੇ ਪਾਤਸ਼ਾਹ ਜ਼ਿੰਦਗੀ ਦੇ 38 ਸਾਲ ਤਾਂ ਇਹ ਗੁਜ਼ਰ ਗਏ, 42 ਸਾਲ ਕੁੱਲ ਅਰਬਲਾ ਹੈ ਮੇਰੇ ਸਤਿਗੁਰੂ ਦੀ ਸਰੀਰ ਕਰਕੇ ਕਿੱਥੇ ਮਿਲੇ ਨੇ। ਪਰ ਚੇਤੇ ਰੱਖਿਓ ਇਹ ਉਹੀ ਜੋਤ ਹੈ ਗੁਰੂ ਨਾਨਕ ਸਾਹਿਬ ਵਾਲੀ, ਜਿਹੜੀ ਸੁਮੇਰ ਪਰਬਤ 'ਤੇ ਜਾ ਕੇ ਭੰਗਰਨਾਥ ਮਛੰਦਰਨਾਥ ਦੇ ਨਾਲ ਚਰਚਾ ਕਰਦੀ ਹੈ। 10 ਜਾਮਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਵਿਚਰੇ। ਮਹਾਰਾਜ ਕਹਿੰਦੇ ਮੈਂ ਤੱਕਿਆ ਸਾਰਿਆਂ ਨੂੰ, ਜੋਤ ਤਾਂ ਉਹੀ ਹੈ, ਸਾਰਿਆਂ ਨੂੰ ਮਿਲੇ, ਪਰ ਵਾਹਿਗੁਰੂ ਦੇ ਪ੍ਰੇਮ ਤੋਂ ਵਾਂਝਿਆ ਮਹਾਰਾਜ ਕਹਿੰਦੇ ਮੈਂ ਤੱਕਿਆ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਰੱਬ ਦੀ ਸਿਫਤ ਵਿੱਚ ਅਥਾਹ ਬਾਣੀ ਉਚਾਰੀ। ਕਲਗੀਧਰ ਸਤਿਗੁਰੂ ਇੱਥੇ ਹੀ ਕਾਲਿੰਦਰੀ ਦੇ ਤਟ 'ਤੇ ਆਪਣਾ ਕਵੀ ਦਰਬਾਰ ਕਰਵਾਉਂਦੇ ਰਹੇ। ਉਸ ਵਕਤ ਦੇ 52 ਪ੍ਰਸਿੱਧ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦਾ ਸ਼ਿੰਗਾਰ ਸਨ। ਔਰ ਇੱਕ ਦਿਨ ਪਾਉਂਟੇ ਸਾਹਿਬ ਦੀ ਧਰਤੀ 'ਤੇ ਕਵੀਆਂ ਨੇ ਬੇਨਤੀ ਕੀਤੀ, ਮਹਾਰਾਜ ਜਮਨਾ ਦੇ ਕੰਢੇ ਕਵੀ ਜਦੋਂ ਕਵਿਤਾਵਾਂ ਉਚਾਰਦੇ ਹੈ, ਜਮਨਾ ਆਵਾਜ਼ ਬੜੀ ਕਰਦੀ ਹੈ। ਅਤੇ ਮੇਰੇ ਸਤਿਗੁਰੂ ਕਲਗੀਧਰ ਜੀ ਨੇ ਬਚਨ ਕੀਤਾ ਸੀ, ਜਮਨਾ ਦੇ ਕੰਢੇ ਖੜ੍ਹ ਕੇ ਹੈ ਜਮਨਾ ਵੇਖ, ਇੱਥੇ ਕਵੀ ਰੱਬ ਦੀਆਂ ਸਿਫਤਾਂ ਦੇ ਵਿੱਚ
गुरु सिफतां विच कवितावां उचारदे ने, शांत हो के लंघिया कर। ते गुरु गोबिंद सिंह महाराज जी दे बचनां दे नाल जमुना उत्थों शांत हो गई। ये तुसीं अज जा के पौंटा साहिब की धरती ते वेख सकते हो। अस्थान है सतगुरु का बनिया। पिछे तुसीं जदों पहाड़ां विच जाओगे, पानी पत्थरां दे नाल टकराउंदा होया आवाज़ करदा है, पर जदों वो गुरद्वारा साहिब जिथे सतगुरु कवि दरबार करवाउंदे रहे, उत्थों जदों जमुना वहिंदी है, बिल्कुल शांत है। रात जदों शांत होवे उदों भी उस चलदे हुए पानी की आवाज़ नहीं आउंदी। गुरु गोबिंद सिंह महाराज के बचनों नूं लोग तां कि कादर की जिहड़ी कुदरत है वो भी मनदी है। शांत लंघदी अज भी जमुना। इत्थे कालिंदरी तट सतगुरु ने बिलास कीते। मुड़ सतगुरु आनंदपुर साहिब की धरती ते आए। पहाड़ी राजियां ने ईरखा वस हो करके गुरु गोबिंद सिंह साहिब महाराज जी ते एक नहीं अनेकां हमले कीते। कई जंगां होईयां, शहादतां होईयां। कलगीधर पातशाह महाराज अडोल रहे। इत्थे ही मेरे सतगुरु जी ने मेहरामत की। गुरु गोबिंद सिंह जी ने वेख्या वो दबे कुचले लोग जिन्हां नूं सदियां तो दबाया जा रहा सी। महाराज कहंदे मैं इन्हां दे हत्थ दे विच शास्त्र ते शस्त्र फड़ा के ऐसे विद्वान ते सूरवीर बनावांगा। ये विचार की जंग भी जितणगे, ये हथियार की जंग भी जितणगे। कलगियां वाले सतगुरु ने इत्थे ही 5 सिखां दे सीस लैके मेरे हजूर ने अमृत की दात बख्शी और आप फिर 5 दे पासों सतगुरु ने अमृत की दात प्राप्त की। 5 ने सीस दिते। 5 गुण वड्डे खालसे दे विच सतगुरु ने भरे। कल भी जिक्र किया सी शहीदी खुमारियां दे विच सरदार करतार सिंह बलगण जिक्र करते हैं। कलगीधर जी ने संबोधन हो के कहा, आ उरे थां थां ते गर्दन झुकावन वालिया, अज मैं तेरी अणख नूं मगरूर हुंदा वेखना है। बाल के ज्योति हनेरे विच दया ते धर्म को, तेरे मन मंदिर नूं नूरो नूर हुंदा वेखना है। तेरी कायरता नूं अज मोहकम इरादा बख्श के तेरे हथों देश का दुख दूर हुंदा वेखना है। तेरे निर्बल डोलियां दे विच पा के हिम्मत दी कणी, तेरे पैरां दे विच पर्वत चूर हुंदा वेखना है। रख देवेंगा धौन जेकर मेरी तेग ते, तेग दी सौं साहिब मुख्तार बन जाएगा तू। चढ़ना नहीं तैनू मंसूर दी सूली ते, चढ़ के मेरी दाह ते सरदार बन जाएगा तू। 5 ने सीस दिते, सुरजीत किया। अमृत की दात कलगीधर पातशाह जी ने बख्शी। गुरु गोबिंद सिंह महाराज जी ने खालसा सजाया। आप सतगुरु गोबिंद राय तो गुरु गोबिंद सिंह साहिब सतगुरु बने। पहला सतगुरु का नाम गोबिंद राय ही सी। इत्थे आनंदपुर साहिब की धरती ते बड़ियां वड्डियां रौनकां लगियां। राजा रतन राय आसाम तो आउंदा है, सतगुरु नूं प्रसादी हाथी भेंट करदा है, चंदन की चौंकी भेंट करदा है। महाराज जी नूं सोहनी जिहड़ी चाननी हुंदी है वो भेंट करदा है। पंचकला शस्त्र भेंट करदा है, जिन्हां नूं वेख के भीम चंद वर्गियां दी नीत फिट जाती है और वस्तुआं की मंग करते हैं। तो मन में छल सी भी एक बार गुरु गोबिंद सिंह जे सानू ये मंगवियां चीज़ां दे देवे, बाद में असीं कभी गुरु गोबिंद सिंह जी नूं नहीं देवांगे। जदों उन्हां दा दूत आउंदा है, महाराज भीम चंद अपने समागम वास्ते यह वस्तुआं मंगवियां मंगदा है, तो गुरु गोबिंद सिंह महाराज कहते जो मन में है मैं जानता हाँ, चले जाओ, ये टेंट हाउस नहीं, ये चीज़ां जिहड़ियां तुहानूं इत्थों मंगवियां मिलन। गुरु गोबिंद सिंह जी इनकार कर देंदे है। कलगीधर पातशाह जी दे जंग हुंदे है राजे भीम चंद दे नाल, सतगुरु जी जंगां जितदे है। फिर आप सब नूं पता है लम्मा घेरा पै जाता है, तकरीबन 8 महीने एक घेरा चलता है। फिर वो लोग अपने धर्म के चिन्ह सामने रख के कसमां खांदे ने। मुगल जरनैल औरंगजेब कुरान दीयां कसमां खांदे है, ते धर्म के चिन्हां का जदों वास्ता पाया मेरे सतगुरु आनंदपुरी नूं छड्ड दिंदे है। सरसा ते परिवार विछड़दा 3 हिस्से हो जाते मेरे सतगुरु के परिवार दे। हजूर पातशाह जी अगे आउंदे है, रोपड़
ਚਮਕੌਰ ਉਹ ਜੰਗ ਹੁੰਦੀ ਹੈ ਦੁਨੀਆ ਦੀ ਲਾਸਾਨੀ ਜੰਗ, ਜਿੱਥੇ 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਸ਼ਹੀਦ ਹੁੰਦੇ ਨੇ ਔਰ ਹੋਰ ਸਿੰਘ ਸ਼ਹੀਦ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਥੇ ਪੰਥ ਨੂੰ ਵਡਿਆਈ ਗੁਰਤਾ ਬਖਸ਼ ਕੇ ਆਪ ਅੱਗੇ ਤੁਰ ਜਾਂਦੇ ਨੇ। ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ ਮਾਛੀਵਾੜੇ ਦੀ ਧਰਤੀ 'ਤੇ ਮੇਰੇ ਸਤਿਗੁਰੂ ਨੂੰ ਮਿਲਦੇ ਹੈ। ਇੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਚੱਲਦੇ ਹੋਏ ਰਾਏਕੋਟ ਪਹੁੰਚਦੇ ਹੈ। ਨੂਰਾ ਮਾਹੀ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੀ ਸ਼ਹਾਦਤ ਦੀ ਖਬਰ ਮਹਾਰਾਜ ਨੂੰ ਸੁਣਾਉਂਦੇ ਹੈ। ਸਤਿਗੁਰੂ ਕਾਹੀ ਦਾ ਬੂਟਾ ਤੀਰ ਦੀ ਨੋਕ ਨਾਲ ਪੁੱਟਦਿਆਂ ਹੋਇਆਂ ਬਚਨ ਕਰਦੇ ਹੈ, ਜ਼ੁਲਮ ਰਾਜ ਦੀ ਜੜ ਪੁੱਟੀ ਗਈ। ਗੁਰੂ ਗੋਬਿੰਦ ਸਿੰਘ ਉੱਥੋਂ ਅੱਗੇ ਚੱਲਦੇ ਹੋਏ ਹੋਰ ਨਗਰਾਂ ਦੇ ਵਿੱਚੋਂ ਨਿਹਾਲ ਕਰਦੇ ਦੀਨੇ ਕਾਂਗੜ ਦੀ ਧਰਤੀ ਤੋਂ ਜਗਤ ਪ੍ਰਸਿੱਧ ਚਿੱਠੀ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਦੇ ਹੈ। ਔਰੰਗਜ਼ੇਬ ਦੀਆਂ ਕਰਤੂਤਾਂ ਦਾ ਸਤਿਗੁਰੂ ਜ਼ਿਕਰ ਕਰਦੇ ਹੈ। ਉੱਥੋਂ ਮਹਾਰਾਜ ਅੱਗੇ ਚੱਲਦੇ ਹੈ ਅਤੇ ਇਹ ਚਿੱਠੀ ਪਿਆਰੇ ਦਇਆ ਸਿੰਘ ਅਤੇ ਪਿਆਰੇ ਧਰਮ ਸਿੰਘ ਦੱਖਣ ਵਿੱਚ ਲੈ ਕੇ ਜਾਂਦੇ ਆ ਔਰੰਗਜ਼ੇਬ ਕੋਲ। ਆਪ ਸਭ ਨੂੰ ਪਤਾ ਮਹਾਰਾਜ ਅੱਗੋਂ ਭਗਤੇ ਤੋਂ ਕੋਟਕਪੂਰੇ ਹੁੰਦੇ ਹੋਏ ਖਿਦਰਾਣੇ ਦੀ ਢਾਬ ਪੁੱਜਦੇ ਹੈ। ਵਜ਼ੀਰ ਖਾਂ ਦੇ ਨਾਲ ਇੱਥੇ ਫਿਰ ਜੰਗ ਹੁੰਦਾ ਹੈ। ਭਾਈ ਮਹਾਂ ਸਿੰਘ ਬੇਦਾਵਾ ਪੜਵਾ ਲੈਂਦੇ ਹੈ, ਗੁਰੂ ਦੀ ਗੋਦ ਵਿੱਚ ਸਮਾ ਜਾਂਦੇ ਹੈ। ਉੱਥੋਂ ਕਲਗੀਆਂ ਵਾਲੇ ਸਤਿਗੁਰੂ ਜੀ ਦਮਦਮਾ ਸਾਹਿਬ ਦੀ ਧਰਤੀ 'ਤੇ ਪੁੱਜਦੇ ਹੈ। ਇੱਥੇ ਮੇਰੇ ਸਤਿਗੁਰੂ ਨੇ 9 ਮਹੀਨੇ 9 ਦਿਨਾਂ ਦੇ ਵਿੱਚ 48 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਸੰਥਿਆ ਪੜ੍ਹਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਵੇਲੇ ਬਾਣੀ ਉਚਾਰਦੇ ਕੰਠੋਂ ਔਰ ਸ਼ਾਮ ਵੇਲੇ ਉਸ ਬਾਣੀ ਦੇ ਅਰਥ ਸਮਝਾਉਂਦੇ। ਭਾਈ ਮਨੀ ਸਿੰਘ ਲਿਖਦੇ, ਬਾਬਾ ਦੀਪ ਸਿੰਘ ਕਲਮ ਦੇ ਦਵਾਤ ਸਿਆਹੀ ਦੀ ਸੇਵਾ ਕਰਦੇ। ਇਸ ਬੀੜ ਨੂੰ ਹੀ ਅਸੀਂ ਦਮਦਮੀ ਬੀੜ ਕਹਿੰਦੇ ਹਾਂ, ਕਿਉਂਕਿ ਦਮਦਮਾ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਨੇ ਭਾਈ ਮਨੀ ਸਿੰਘ ਤੋਂ ਲਿਖਵਾਈ ਔਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਇੱਥੋਂ ਮੇਰੇ ਸਤਿਗੁਰੂ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਦੱਖਣ ਨੂੰ ਤੁਰ ਜਾਂਦੇ ਹੈ। ਮਹਾਰਾਜ ਅਜੇ ਰਸਤੇ ਵਿੱਚ ਹੀ ਹੁੰਦੇ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਖਬਰ ਮਿਲਦੀ ਹੈ ਔਰੰਗਜ਼ੇਬ ਦੁਨੀਆ ਤੋਂ ਤੁਰ ਗਿਆ। ਪਿਆਰੇ ਦਇਆ ਸਿੰਘ ਅਤੇ ਧਰਮ ਸਿੰਘ ਜਦੋਂ ਜ਼ਫਰਨਾਮਾ ਲੈ ਕੇ ਔਰੰਗਜ਼ੇਬ ਕੋਲ ਪੁੱਜਦੇ ਹੈ, ਚਿੱਠੀ ਸੌਂਪਦੇ ਹੈ ਉਸ ਨੂੰ ਅਤੇ ਫਤਿਹ ਬੁਲਾਉਂਦੇ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਕਹਿੰਦਾ ਖਾਲਸਾ ਅਜੇ ਵੀ ਜਿਉਂਦਾ ਹੈ ਅਤੇ ਪਿਆਰੇ ਦਇਆ ਸਿੰਘ ਕਹਿੰਦੇ ਹਾਂ, ਇਹ ਤਾਂ ਜੁਗੋ ਜੁਗ ਅਟਲ ਰਹੇਗਾ ਖਾਲਸਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਦੋਂ ਚਿੱਠੀ ਪੜ੍ਹਦਾ ਹੈ ਉਹਦੇ ਜੀਵਨ ਦੀ ਤਸਵੀਰ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ ਵਿੱਚ ਜ਼ਿਕਰ ਕੀਤਾ। ਔਰੰਗਜ਼ੇਬ ਦੀ ਮੌਤ ਹੁੰਦੀ ਹੈ, ਭਾਵੇਂ ਕਿ ਉਹ ਫਤਿਹ ਨਹੀਂ ਸੀ ਬੁਲਾਉਂਦਾ। ਇੱਕ ਲੰਮੀ ਕਥਾ ਹੈ। ਅਖੀਰ ਫਿਰ ਜਦੋਂ ਫਤਿਹ ਬੁਲਾਉਂਦਾ ਉਹਦੇ ਪ੍ਰਾਣ ਨਿਕਲਦੇ ਨੇ, ਦੁਨੀਆ ਤੋਂ ਤੁਰ ਜਾਂਦਾ ਹੈ। ਇਹਦੇ ਪੁੱਤਰਾਂ ਦੇ ਵਿੱਚ ਦਿੱਲੀ ਦਾ ਤਖਤ ਪ੍ਰਾਪਤ ਕਰਨ ਵਾਸਤੇ ਜੰਗ ਹੋ ਜਾਂਦਾ ਹੈ ਅਤੇ ਬਹਾਦਰ ਸ਼ਾਹ ਜਿਹਦਾ ਪਹਿਲਾ ਨਾਮ ਸੀ ਸ਼ਹਿਜ਼ਾਦਾ ਮੁਅੱਜ਼ਮ, ਭਾਈ ਨੰਦ ਲਾਲ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚ ਕਰਦਾ, ਮਹਾਰਾਜ ਮੇਰੀ ਮਦਦ ਕਰੋ। ਹੁਣ ਵੇਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ, ਸਤਿਗੁਰੂ ਦਾ ਹਿਰਦਾ ਕਿੱਡਾ ਵਿਸ਼ਾਲ ਸੀ। ਉਸ ਦੀ ਮਦਦ ਲਈ ਮਹਾਰਾਜ ਤਿਆਰ ਹੋ ਜਾਂਦੇ ਨੇ, ਜਿਸ ਦੇ ਪਿਤਾ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਪੁੱਤਰਾਂ ਨੂੰ ਸ਼ਹੀਦ ਕੀਤਾ ਹੈ। ਸਿੰਘ ਸ਼ਹੀਦ ਹੋਏ ਨੇ। ਮਹਾਰਾਜ ਨੇ ਇਹ ਨਹੀਂ ਵੇਖਿਆ ਵੀ ਇਹਦਾ ਪਿਤਾ ਕਾਤਲ ਹੈ, ਉਹਨੇ ਜ਼ੁਲਮ ਕੀਤਾ ਹੈ। ਪਾਤਸ਼ਾਹ ਨੇ ਕਿਹਾ ਬਹਾਦਰ ਸ਼ਾਹ ਠੀਕ ਹੈ, ਮਦਦ ਅਸੀਂ ਕਰ ਦਿੰਦੇ ਹਾਂ, ਪਰ ਤੈਨੂੰ ਜਿਹੜੇ ਜ਼ੁਲਮ ਕਰਨ ਵਾਲੇ ਬੰਦੇ ਨੇ ਸਜ਼ਾਵਾਂ ਦੇਣੀਆਂ ਪੈਣਗੀਆਂ। ਇਹਨੇ ਕਿਹਾ ਹਾਂ ਠੀਕ ਹੈ। ਮੁੱਖ ਦੀ ਗੱਲ ਕਲਗੀਧਰ ਮਹਾਰਾਜ ਨੇ ਜੰਗ ਦੇ ਵਿੱਚ ਇਹਦੀ ਮਦਦ ਕੀਤੀ। ਔਰੰਗਜ਼ੇਬ ਦਾ ਜਿਹੜਾ ਦੂਜਾ ਪੁੱਤਰ ਸੀ ਤਾਰਾ ਆਜ਼ਮ ਮਾਰਿਆ ਗਿਆ। ਬਹਾਦਰ ਸ਼ਾਹ ਦੀ ਜਿੱਤ ਹੋਈ, ਤਖਤ 'ਤੇ ਬੈਠਦਾ ਹੈ ਬਹਾਦਰ ਸ਼ਾਹ। ਅਤੇ ਇੱਕ ਗੱਲ ਚੇਤੇ ਰੱਖਿਓ, ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਕੋਈ ਵੀ ਬਾਹਰ ਦਾ ਬੰਦਾ ਸ਼ਸਤਰ ਪਹਿਨ ਕੇ ਨਹੀਂ ਸੀ ਜਾ ਸਕਦਾ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਘੋੜੇ 'ਤੇ ਅਸਵਾਰ, ਸੀਸ ਦੇ ਉੱਤੇ ਸੋਹਣੀ ਦਸਤਾਰ, ਜਿਗਾ ਕਲਗੀ ਸਜਦੀ ਹੋਈ, ਵੱਡੀ ਸ਼ਮਸ਼ੀਰ ਪਹਿਨ ਕੇ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚਦੇ ਹੈ। ਉਹ ਮਹਾਰਾਜ ਨੂੰ ਨਜ਼ਰਾਨੇ ਭੇਟ ਕਰਦਾ ਹੈ।
खिल देंदा है, पर वो दो ही पासी चलदा है। उधर भी जदों पठाणा के पुत्र महाराज ते वार करते हैं ना, उन्होंने परिवारों नूं भी खिलतां भेजदा है। तो इधर गुरु गोबिंद सिंह महाराज वाल भी वेखो, दोगली नीति दोहें पासी चलता है। राजनीतिक लोग इदां करते हैं, उन्होंने एक वड्डी मजबूरी हुंदी है, ये वखरा विशा है। सतगुरु गुरु गोबिंद सिंह महाराज जदों इसनूं तखत दिवा दिंदे है, महाराज कहते हैं वेख बहादुर शाह जां तां वजीर खान नूं साडे हवाले कर दे ते जां फिर ये सज़ा दे। होर भी बथेरे बंदे वाहवा लिस्ट महाराज ने तगड़ी उसनूं लिख के दिती सी जुल्म करन वाले। बहादुर शाह उत्थे डर जांदा, कहंदा महाराज नवां नवां मैं राज गद्दी ते बैठा, किते देश विच बगावत ना हो जाए। कलगी वाले सतगुरु ने बचन किया, बहादुर शाह राजे चुली नियाव की, गुरु ग्रंथ साहिब की बाणी का वचन है। राजा जे न्याय वाला होवेगा उन्ना लम्मा समा उहदा राज टिकेगा, पर जदों राजा अन्यायकारी बन जाएगा वो जनता दे नाल न्याय नहीं करेगा। पातशाह जी कहते उस राज नूं मिट्टी विच मिलदियां होइयां देरी नहीं लगदी। ये दुनिया की तवारीख अज तक की गवाही भरदी है, भावें जिहड़ा मर्जी होवे, भावें अज दे हुक्मरान होण। सब तुसीं जाणदे हो किवें दिल्ली की धरती ते समुचे देश के किसान उत्थे धरना ला के बैठे है, इंसाफ नूं चाहुंदे है, इंसाफ होवे। उत्थे भीख मंगण नहीं गए, अपने हक मंगण वास्ते गए है। रहो विचार, गुरु गोबिंद सिंह महाराज तुर जाते हैं बुरहानपुर तो होंदे हुए मेरे सतगुरु नांदेड़ की धरती ते पुजदे है। और इत्थे सब तो पहला बामणवाड़ा नगर सी। कान सिंह नाभा जी ने बामणवाड़ा लिखिया है, जिथे हीरा घाट है उत्थे महाराज पुजदे है। इत्थे ही बहादुर शाह सतगुरु नूं मिलदा है, हीरा भेंट करदा है, महाराज गोदावरी विच सुट दिंदे है। वो मन में कहंदा इन्हां नूं कीमती हीरे की कदर नहीं। मन दी जान के मेरे सतगुरु कहंदे है बहादुर शाह चोकला दरिया विचों वो वेखदा है, उत्थे एक नहीं कई हीरे भरे पे है। सतगुरु के चरणों से ढह पैंदा है। अजकल दे नवीन इतिहासकारां दी पता नहीं कि मजबूरी बन गई, वो सिर्फ इन्नी को गल लिखते हैं हीरा भेंट किया, अगली गल ही वो छड़ देंदे है कि गोदावरी विच महाराज ने नज़र भर के जदों तकी हीरे ही हीरे उत्थे गोदावरी विच। इन्नी दृष्टि दे विच समर्था मेरे सतगुरु दी। धन गुरु ग्रंथ साहिब जी की बाणी का वचन है, बाबा नामदेव नूं ना किसी शाहूकार ने एक पलंग भेंट किया सी। बाबा नामदेव जी ने राह जांदियां किते सुट दो दरिया च। वो बाद में शाहूकार ने पलंग मंग लिया कि मेरा तो बच्चा नहीं सुनता इस पलंग तो बिना। बाबा नामदेव जी जान गए, दरिया के कंढे ते ले आए, कहते वेख नज़र भर के जदों तकिया उत्थे एक नहीं कई पलंग सी। मैं अपने कोलों नहीं कह रहा, तुसीं गुरु ग्रंथ साहिब की बाणी पढ़ लो। जो गुरुदेव सहज निकसाई, ये की अर्थ करोगे? गुरुदेव परमात्मा दयालु हो जाए, एक सेजा नहीं उत्थे कई सेजा पैदा कर दिंदा है। गुरु गोबिंद सिंह जी ने वड्डी मेहरामत की। इथों सतगुरु ने माधो दास बैरागी ते कृपा की, अमृत की दात बख्श के सतगुरु ने पंजाब की धरती वल तोरिया। इत्थे ही नांदेड़ की धरती ते गुरु ग्रंथ साहिब नूं मेरे सतगुरु ने गुरता गद्दी बख्शी, वड्डियां रहमतां सतगुरु ने वरताइयां। गुरु गोबिंद सिंह साहिब महाराज सतगुरु ने सरबंस कुर्बान कर दिता। कल जो अदीब शायर के बचन पढ़े सी, वो कह के मैं फतेह बुलाਉਂਦਾ, समय की समाप्ति है, जो नियत समा निर्धारित किया समाप्त है। गुरु गोबिंद सिंह गुर कादरे हर कार के सदके, पनाहे हर दो आलम उस सच्ची सरकार के सदके। जिन्हें अपने बेगाने सब जलीलो ख्वार करते थे, किए सरदार जिस उस बेकसों के यार के सदके। सजायत दी अतायत दी मुक्त और जुगत दर खोले, दिया जिस नाम का अमृत मैं उस दातार के सदके। सुराही सोल थी जिसकी, प्याला था खंजर जिसका, लुंढाए खुम के खुम जिसने मैं उस मैखार के सदके। बैरागी जिसका बंदा था,
सैद खां जिस पे शैदा था, जिसे नंदलाल ने देखा, मैं उस दीदार के सदके, खबर सरहंद से आना वो सुनकर तेरा फरमाना, अमानत थी अदा हो गई तेरे ईसार के सदके। तेरे सरबंस सारे ने पिए प्याले शहादत के मेरे सरबंस दानी, मैं तेरे परिवार के सदके। जिन्हें तू प्यार करता था लगे क्यों ना प्यारे मुझको, सरोही सह थी तीरो तबर तलवार के सदके। महासिंह जां बलब जिस दम तेरे पहलू में लेटा था, जो उसके साथ तूने की मैं उस गुफ्तार के सदके। हूँ तर दामन तेरा बंदा मेरे मौला शर्म रखना, तेरे पतत पावन बिरद बख्शन हार के सदके। अगर बख्शें तो करम तेरा। कलगियां वाले सतगुरु, जे तुसी मैनू बख्श लवो ते तुहाडी किरपा, करम मैंने बख्शिश मेहर। अगर बख्शें तो करम तेरा, ना बख्शें तो शिकायत क्या। जे तुसी नहीं भी बख्श दे कोई गिला शिकवा नहीं। अगर बख्शें तो करम तेरा, ना बख्शें तो शिकायत क्या। तेरे इकरार के सदके, तेरे इनकार के सदके। जे तू इकरार करदा तां भी तेरे तो कुर्बान, ते जे इनकार कर देना भी तैनू नहीं बख्शना, मैं तां भी तेरे तो सदके हाँ। मेरे सतगुरु धन गुरु गोबिंद सिंह साहिब महाराज कलगियां वाले सतगुरु मेहर करन, अपने नाम की दात बख्श के सानू सारियां नू निहाल करन। आप सरबत संगतां नू धन सतगुरु गुरु गोबिंद सिंह साहिब महाराज जी के प्रकाश पुरब दीआं लख लख वधाइयां होवन। गुरपुरब मनाए तां सफले ने जे असीं सतगुरु जी दीआं सिੱਖਿਆਵਾਂ नू जीवन विच ग्रहण करिए। गुरु दे पुत्र धीआं बणीए, अमृत छको, सिंह सजो, नितनेमी होवो, सतगुरु की बाणी पढ़ो, जीवन सफल हो जाए। मैथों बोलदे हैं भुल्लां हो गईयां होणगीआं, भुल्लां दी मुआफ़ी बख्शणी फतेह बुलाओ। वाहिगुरू जी का खालसा, वाहिगुरू जी की फतेह।